ਪ੍ਰਧਾਨ ਜੀ, ਅੱਜ ਤੁਹਾਡੀ ਜਥੇਬੰਦੀ ਦੇ ਵੱਲੋਂ ਉੱਥੇ ਵਜੀਦਪੁਰ ਦੇ ਵਿੱਚ ਜਦੋਂ ਨੀਂਹ ਪੱਥਰ ਰੱਖਿਆ ਜਾ ਰਿਹਾ ਸੀ ਤਾਂ ਉਹਦਾ ਵਿਰੋਧ ਕੀਤਾ ਗਿਆ, ਉਹ ਕੀ ਕਾਰਨ ਸੀਗਾ ਜਿਹੜਾ ਉਹ ਵਿਰੋਧ ਕਰਨਾ ਪਿਆ ਤੁਹਾਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਹੀ ਮੇਰੇ ਨਾਲ ਸਤਿਕਾਰਯੋਗ ਜਥੇਬੰਦੀ ਦੇ ਆਗੂ ਸਾਹਿਬਾਨ ਬੈਠੇ ਆ, ਕਿਸਾਨ ਵੀਰ ਬੈਠੇ ਆ। ਵਿਰੋਧ ਜੋ ਅੱਜ ਹੋਇਆ ਦੁਆਬਾ ਕਿਸਾਨ ਯੂਨੀਅਨ ਪੰਜਾਬ ਵੱਲੋਂ, ਉਹ ਜੋ ਪੋਲੀਟੀਕਲ ਲੋਕ, ਜੋ ਇਹ ਰਾਜਨੀਤਿਕ ਲੋਕ ਨੇ, ਚਾਹੇ ਉਹ ਸਾਡੇ ਇਲਾਕੇ ਦੇ MLA ਸਾਹਿਬਾਨ ਹੋਣ ਜਾਂ ਤਵਾੜੀ ਸਾਹਿਬ ਹੋਣ, ਤੇ ਉਸ ਵਿੱਚ ਮੈਂ ਸਮਝਦਾ ਇਹਨਾਂ ਨੇ ਜਾਣ ਬੁੱਝ ਕੇ ਸਾਡੇ ਨਗਰ ਵਜੀਦਪੁਰ ਨੂੰ, ਸਾਡੀ ਦੁਆਬਾ ਕਿਸਾਨ ਯੂਨੀਅਨ ਪੰਜਾਬ ਨੂੰ, ਜੋ ਸਮੇਂ-ਸਮੇਂ ਤੇ ਇਹ ਮੇਰੇ ਤੇ ਵੀ ਐਲੀਗੇਸ਼ਨ ਲਾ ਕੇ ਮੈਨੂੰ ਸਮੇਂ-ਸਮੇਂ ਤੇ ਟਾਰਗੇਟ ਕਰਦੇ ਰਹਿੰਦੇ ਆ, ਜੋ ਇਹਨਾਂ ਦੀ ਰਾਜਨੀਤੀ ਮਾਨਸ਼ਾ ਹੈਗੀ ਆ। ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ। ਮੈਂ ਇੱਕ ਪੁੱਛਣਾ ਚਾਹੁੰਦਾ ਇਹਨਾਂ ਰਾਜਨੀਤਿਕ ਲੋਕਾਂ ਤੋਂ, ਚਾਹੇ ਉਹ ਮਨੀਸ਼ ਤਿਵਾੜੀ ਹੋਵੇ ਜਾਂ ਹਲਕੇ ਦਾ MLA ਹੋਵੇ ਜਾਂ ਹੋਰ ਵੀ ਸੂਝਵਾਨ ਸੱਜਣ ਹੋਣ, ਜਿਹੜੇ ਅੱਜ ਨੀਂਹ ਪੱਥਰ ਰਖਾ ਰਹੇ ਸੀ। ਦੋਨੇ ਨਗਰਾਂ ਦੇ ਜੋ ਲੋਕ ਉੱਥੇ 5-4 ਆਏ ਹੋ ਸੀ, ਚਾਹੇ ਉਹ ਦਧਾਲੇ ਤੋਂ ਹੋਣ ਚਾਹੇ ਵਜੀਦ ਤੋਂ ਹੋਣ, ਉਹਨਾਂ ਨੂੰ ਇਹ ਗੱਲ ਪੁੱਛਣੀ ਚਾਹੁੰਦਾ, ਜਾਂ ਹੋਰ ਵੀ ਸੱਜਣਾਂ ਨੂੰ, ਵੀ ਜਦੋਂ ਕੋਈ ਸੜਕ ਬਣਦੀ ਆ, ਜਾਂ ਤਾਂ ਉਸ ਦਾ ਪੱਥਰ ਸ਼ੁਰੂਆਤ ਵਿੱਚ ਰੱਖਿਆ ਜਾਂਦਾ, ਜਾਂ ਉਸ ਦਾ ਪੱਥਰ ਜਿੱਥੇ ਸੜਕ ਖਤਮ ਹੁੰਦੀ ਆ ਉੱਥੇ ਰੱਖਿਆ ਜਾਂਦਾ, ਜਾਂ ਪੁਲ ਦਾ ਕਿਸੇ ਨਿਰਮਾਣ ਹੁੰਦਾ, ਕੋਈ ਵੀ ਪੰਜਾਬ ਸਰਕਾਰ ਕਰੇ ਚਾਹੇ ਸੈਂਟਰ ਸਰਕਾਰ ਕਰੇ, ਉਸ ਦਾ ਸ਼ੁਰੂਆਤ ਵੇਲੇ ਪੱਥਰ ਰੱਖਿਆ ਜਾਂਦਾ। ਸੋ ਵਜੀਦਪੁਰ ਹੀ ਚੁਣਨਾ ਤੇ ਵਜੀਦਪੁਰ ਨੂੰ ਹੀ ਟਾਰਗੇਟ ਕਰਨਾ ਬਾਰ-ਬਾਰ, ਇਹ ਬੜਾ ਹੀ ਮੰਦਭਾਗਾ ਆ। ਇਹਨਾਂ ਰਾਜਨੀਤਿਕ ਲੋਕਾਂ ਨੂੰ ਮੈਂ ਵਾਰਨਿੰਗ ਵੀ ਦੇਣਾ ਚਾਹੁੰਦਾ ਵੀ ਇਸ ਤਰ੍ਹਾਂ ਤੁਹਾਡੇ ਟਾਰਗੇਟ ਕਰੇ ਤੇ ਜਾਂ ਦੁਆਬਾ ਕਿਸਾਨ ਯੂਨੀਅਨ ਨੂੰ ਇਹ ਕਹਿ ਦੇਣਾ ਵੀ ਇਹ ਕਿਸਾਨ ਹੀ ਨਹੀਂ, ਜਾਂ ਉੱਥੇ ਜੋ ਅੱਜ ਕਿਸਾਨ ਵੀਰ ਮੇਰੇ ਵਿਰੋਧ ਕਰ ਰਹੇ ਸੀ, ਮੈਂ ਤਾਂ ਮੌਕੇ ਤੇ ਨਹੀਂ ਮੌਜੂਦ ਸੀ, ਮੈਂ ਕਿਸੇ ਜ਼ਰੂਰੀ ਕੰਮ ਲਈ ਹਰਿਆਣੇ ਪਹੁੰਚੇ ਹੋ ਸੀ, ਮੈਨੂੰ ਉੱਥੇ ਜਾ ਕੇ ਪਤਾ ਲੱਗਿਆ ਵੀ ਇਸ ਤਰ੍ਹਾਂ ਪੱਥਰ ਲਗਾਇਆ ਜਾ ਰਿਹਾ। ਸੋ ਅਸੀਂ ਸੜਕ ਨਹੀਂ ਰੋਕ ਰਹੇ ਸੀ, ਸੜਕ ਬਣਨੀ ਚਾਹੀਦੀ ਆ, ਕੋਈ ਵੀ ਸੜਕ ਬਣੇ ਉਹ ਬਣਨੀ ਚਾਹੀਦੀ। ਜੋ ਇਹਨਾਂ ਦੇ ਇਲਜ਼ਾਮ ਆ ਬਿਲਕੁਲ ਝੂਠੇ ਆ। ਸੜਕ ਦਾ ਪੱਥਰ ਗੁਰੂ ਨਾਨਕਪੁਰੇ ਜੋ ਮੇਨ ਸੜਕ ਹੈਗੀ ਆ ਰਾਹੋਂ ਤੋਂ ਫਲੋਰ, ਉੱਥੇ ਲੱਗਣਾ ਚਾਹੀਦਾ ਸੀ, ਤੇ ਜਾਂ ਦਧਾਲਾ ਨਗਰ ਜੋ ਸਾਡੇ ਨਾਲ ਹੀ ਅੱਧਾ ਕਿਲੋਮੀਟਰ ਅੱਗੇ ਤੱਕ ਸੜਕ ਜਾਣੀ ਆ, ਉੱਥੇ ਲੱਗਣਾ ਚਾਹੀਦਾ ਸੀ। ਵਿਰੋਧ ਇਸ ਗੱਲ ਦਾ ਸੀ। ਜੋ ਸਾਡੇ ਸੰਯੁਕਤ ਕਿਸਾਨ ਮੋਰਚੇ ਦੀ ਵੀ ਜੋ ਇਹਨਾਂ ਜੋ ਸਾਡੀ ਪਿਛਲੇ ਚੰਡੀਗੜ੍ਹ ਮੀਟਿੰਗ ਹੋਈ ਸੀ, ਉਹਦੇ ਵਿੱਚ ਇਹਨਾਂ ਦੇ ਕਾਂਗਰਸ ਦੇ ਸਿੱਧੂ ਪ੍ਰਧਾਨ ਸਾਹਿਬ ਆਏ ਸੀ ਵੀ ਸਾਨੂੰ ਪੱਥਰ ਲਾਣਾ ਜਾਣਾ ਪੈਂਦਾ, ਉਦਘਾਟਨ ਕਰਨੇ ਪੈਂਦੇ ਆ। ਸੋ ਇਸ ਗੱਲ ਦੀ ਸਹਿਮਤੀ ਪ੍ਰਗਟਾਈ ਸੀ। ਉਹਦੇ ਵਿੱਚ ਅਸੀਂ ਕਿਤੇ ਵੀ ਇਸ ਤਰ੍ਹਾਂ ਨਹੀਂ ਰੋਕਦੇ, ਪਰ ਇਹਨੀ ਜਾਣ ਬੁੱਝ ਕੇ ਵਜੀਦਪੁਰ ਹੀ ਰੱਖ ਦੇਣਾ। ਕੁਝ ਨਾਲ ਦੇ ਨੰਗਰ ਦੇ ਸ਼ਰਾਰਤੀਆਂ ਵੱਲੋਂ, ਦਧਾਲੇ ਦਿਓ, ਉਹਨਾਂ ਨੇ ਵਜੀਦਪੁਰ, ਇਹ ਜੋ ਇਹਨਾਂ ਰਾਜਨੀਤਿਕ ਲੋਕਾਂ ਨਾਲ ਮਿਲ ਕੇ ਅੱਜ ਵਜੀਦਪੁਰ ਜੋ ਮੁੱਖ ਕਾਰਨ ਬਣਿਆ, ਮੈਂ ਸਮਝਦਾ ਵੀ ਉਹ ਵਿਰੋਧ ਦਾ ਮੁੱਖ ਕਾਰਨ ਬਣਿਆ। ਇਹ ਤੁਹਾਡਾ ਹੀ ਪਿੰਡ ਕਾਹਦੇ ਟਾਰਗੇਟ ਕਰਦੇ ਬਾਰ-ਬਾਰ? ਦੇਖੋ, ਮੈਨੂੰ ਇੱਕ ਗੱਲ ਦੀ ਨਹੀਂ ਸਮਝ ਆਉਂਦੀ। ਇਹਨਾਂ ਨੇ ਅੱਜ ਇਹ ਵੀ ਇਲਜ਼ਾਮ ਲਾਇਆ ਵੀ ਇਹ ਕਿਸਾਨ ਹੀ ਨਹੀਂ ਹੈਗੇ। ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਵੀ ਸਾਡੀ ਜਥੇਬੰਦੀ ਦੁਆਬਾ ਕਿਸਾਨ ਯੂਨੀਅਨ ਪੰਜਾਬ ਕੱਲੀ ਪੰਜਾਬ ਲੈਵਲ ਦੀ ਜਥੇਬੰਦੀ ਨਹੀਂ, ਮੈਂ ਸੰਯੁਕਤ ਕਿਸਾਨ ਮੋਰਚੇ ਦਾ ਪਾਰਟ ਵੀ ਹਾਂ। ਲਗਾਤਾਰ 26 ਨਵੰਬਰ ਤੋਂ ਦਿੱਲੀ ਮੋਰਚਿਆਂ 'ਚ ਬੈਠੇ ਆ। ਸਾਡੇ ਟਰਾਲੀਆਂ, ਟਰੈਕਟਰ, ਬਾਬੇ ਨਾਨਕ ਦੇ ਲੰਗਰ ਉੱਥੇ ਚੱਲ ਰਹੇ ਆ ਸੰਗਤਾਂ ਦੀ ਮਿਹਰ ਸਦਕਾ। ਤੇ ਜੋ ਸਮੇਂ-ਸਮੇਂ ਤੇ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਹੁੰਦੀ ਆ ਜਾਂ ਕੋਈ ਸਾਡੀ ਡਿਊਟੀ ਲੱਗਦੀ ਆ, ਉਹ ਵੀ ਅਸੀਂ ਸਮੇਂ-ਸਮੇਂ ਤੇ ਨਿਭਾਉਂਦੇ ਆ। ਤੇ ਜੋ ਟਾਰਗੇਟ ਇਹਨਾਂ ਦਾ ਕਾਰਨ ਇੱਕੋ ਹੀ ਆ ਵੀ ਦੁਆਬਾ ਕਿਸਾਨ ਯੂਨੀਅਨ ਨੂੰ ਢਾਹ ਲਾਈ ਜਾ ਸਕੇ। ਜੋ ਇਹ ਸਾਡਾ ਲੋਕਾਂ ਦੇ ਵਿੱਚ ਸਾਡੇ ਪਰਦੇ ਫਾਸ਼ ਕਰਦੇ ਆ, ਚਾਹੇ ਉਹ ਕਿਸੇ ਵੀ ਰਾਜਨੀਤਿਕ, ਜਿਸ ਤਰ੍ਹਾਂ ਸਾਡੇ MLA ਸਾਹਿਬਾਨ ਜੋ ਵੀ ਇਹ ਕੰਮ ਕਰਦੇ ਆ, ਅਸੀਂ ਲੋਕਾਂ ਨੂੰ ਜਾਗਰੂਕ ਕਰ ਚੁੱਕੇ ਹਾਂ। ਲੋਕਾਂ ਦੀਆਂ ਭਾਵਨਾਵਾਂ ਮੁਤਾਬਕ ਤੁਸੀਂ ਦੇਖਿਆ ਵੀ ਮੈਂ ਤਾਂ ਮੌਕੇ ਤੇ ਮੌਜੂਦ ਨਹੀਂ ਸੀ, ਸਾਡੇ ਸਕੱਤਰ ਸਾਹਿਬ ਵੀ ਨਹੀਂ ਸੀ, ਫਿਰ ਵੀ ਲੋਕਾਂ ਨੇ ਇਹਨਾਂ ਨੂੰ ਪਿੰਡ 'ਚੋਂ ਆਉਣ ਤੋਂ ਰੋਕਿਆ, ਵਿਰੋਧ ਕੀਤਾ, ਕਿਉਂਕਿ ਪੱਥਰ ਦੀ ਸਹੀ ਚੋਣ ਨਹੀਂ ਕੀਤੀ ਗਈ। ਚਾਹੇ ਉਹ ਰਾਜਨੀਤਿਕ ਲੋਕਾਂ ਦਾ ਕੰਮ ਸੀ, ਚਾਹੇ ਮੰਡੀ ਬੋਰਡ ਦਾ ਸੀ, ਚਾਹੇ PWD ਦਾ ਸੀ, ਇਹ ਜਾਣ ਬੁੱਝ ਕੇ ਵਜੀਦਪੁਰ ਪੱਥਰ ਰੱਖਿਆ ਗਿਆ। ਤੁਹਾਡੇ ਪਿੰਡ ਦੇ ਸਰਪੰਚ ਵੀ ਨਾਲ ਸੀ? ਸਰਪੰਚ ਨੇ ਤਾਂ ਹੋਣਾ ਹੀ ਆ ਜੀ, ਸਰਪੰਚ ਹੋਣਾ ਆ। ਸਰਪੰਚ ਦੇ ਨਾਲ ਦੇ ਪਿੰਡ ਦੇ, ਉਹ ਤਾਂ ਇਹਨਾਂ ਦੇ ਇੱਕ ਡਰਾਵਾ ਦਿੱਤਾ ਜਾਂਦਾ ਉਹਨਾਂ ਨੂੰ
ਭਈ ਉਹਦਾ ਵੀਡੀਓ ਤੋਂ ਕਹਾ ਦੇਣਾ ਜਾਂ ਕਿਸੇ ਉੱਚ ਅਧਿਕਾਰੀ ਤੋਂ ਕਹਾ ਦੇਣਾ। ਸਰਪੰਚ ਨੇ ਜਾਣਾ ਨਹੀਂ ਜਾਣਾ ਉਹਦਾ ਆਪਣਾ ਅਧਿਕਾਰ ਆ। ਜੋ ਸਾਡੀ ਜਥੇਬੰਦੀ ਨੂੰ ਟਾਰਗੇਟ ਕਰਕੇ ਬਾਰ-ਬਾਰ ਇਹ ਇਲਜ਼ਾਮ ਲਾਉਂਦੇ ਆ, ਉਹ ਅਸੀਂ ਇਹਨਾਂ ਨੂੰ ਵਾਰਨਿੰਗ ਦਿੰਦੇ ਆ ਵੀ ਇਸ ਤਰ੍ਹਾਂ ਨਾ ਕੀਤਾ ਜਾਵੇ। ਅਸੀਂ ਮੋਰਚੇ ਦੇ ਨਾਲ ਜੜੇ ਹਾਂ, ਸੰਯੁਕਤ ਮੋਰਚੇ ਦੇ ਪਾਰਟ ਵਾ। ਤੇ ਮੈਂ ਇੱਥੇ ਤੱਕ ਵੀ ਦੱਸ ਦਵਾਂ, ਸਾਡੀ ਜੋ ਜਥੇਬੰਦੀ ਆ ਇਸ ਵੇਲੇ ਨੈਸ਼ਨਲ ਦੇਸ਼ ਦੀ ਜਥੇਬੰਦੀ ਬਣ ਚੁੱਕੀ ਆ। ਜੋ ਪਿਛਲੇ ਦਿਨੀ ਸਾਡੇ ਨਾਲ ਲੋਕ ਜੁੜੇ ਆ, ਉਹ ਲਖੀਮਪੁਰ ਖੀਰੀ ਤੋਂ ਵੀ ਜੁੜੇ ਆ, ਪਲੀਆ ਯੂਪੀ ਦੇ 2 ਜ਼ਿਲ੍ਹਿਆਂ ਤੋਂ ਸਾਡੇ ਨਾਲ ਕੇਡਰ ਜੁੜ ਚੁੱਕਿਆ ਤੇ ਹੋਰ ਵੀ ਪੰਜਾਬ ਚੋਂ ਜੁੜ ਰਹੇ ਆ। ਇੱਕ ਉਹਨਾਂ ਨੇ ਹੋਰ ਗੱਲ ਕਹੀ ਸੀ ਕਿ ਲਖੀਮਪੁਰ ਖੀਰੀ ਨਹੀਂ ਕੋਈ ਨਾ ਝੁਕਿਆ ਤਾਂ ਦੱਸ ਦਿਓ, ਮੈਂ ਜਾ ਕੇ ਆਇਆ। ਇਦਾਂ ਦੀਆਂ ਗੱਲਾਂ ਵੀ ਕਰਦੇ ਸੀ। ਦੇਖੋ ਇਹ ਬੜਾ ਹੀ ਹਾਸੋਹੀਣ ਉਹਨਾਂ ਦਾ ਬਿਆਨ ਆ। ਜਿੱਦਾਂ ਸਮੇਂ-ਸਮੇਂ ਤੇ ਪਿਛਲੇ ਵੀ ਐਮਐਲਏ ਸਾਹਿਬ ਦੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਆ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ, ਮੈਂ ਸਾਰੇ ਹੀ ਰਾਜਨੀਤਿਕ ਲੋਕਾਂ ਨੂੰ ਦੱਸਣਾ ਚਾਹੁੰਦਾ, ਤੇ ਜਿਹੜੇ ਮੇਰਾ ਜੋ ਆਈਡੀ ਆ ਕੁਲਦੀਪ ਸਿੰਘ ਦੇ ਨਾਂ ਦੀ ਫੇਸਬੁੱਕ ਚੱਲਦੀ ਆ ਜਾਂ ਦੁਆਬਾ ਕਿਸਾਨ ਯੂਨੀਅਨ ਦਾ ਪੇਜ ਚੱਲਦਾ, ਉਹਦੇ ਪਰ ਦੇਖਿਆ ਜਾਵੇ ਕਿਰਪਾ ਕਰਕੇ। ਸੰਯੁਕਤ ਕਿਸਾਨ ਮੋਰਚੇ ਦਾ ਜੋ ਦਿੱਲੀ ਤੋਂ ਆਈਟੀ ਸੈੱਲ ਚੱਲਦਾ, ਉਹਦੇ ਤੇ ਦੇਖ ਲਿਆ ਜਾਵੇ। ਮੈਂ ਤਾਂ ਸ਼੍ਰੀ ਰਕੇਸ਼ ਟਕੈਤ ਜੀ 2 ਆਗੂ ਸਾਹਿਬਾਨਾਂ ਦੀ ਸਾਡੀ ਡਿਊਟੀ ਲੱਗੀ ਸੀ ਜਿਸ ਦਿਨ ਇਹ ਮੰਦਭਾਗੀ ਲਖੀਮਪੁਰ ਦੁਰਘਟਨਾ ਹੋਈ। ਅਸੀਂ ਰਾਤੋਂ ਰਾਤ 3 ਕਿਸਾਨ ਆਗੂ, ਉਹਦੇ ਵਿੱਚ 3 ਕਿਸਾਨ ਮੇਰੇ ਨਾਲ ਗਗਨ ਸਿੰਘ ਐਡਵੋਕੇਟ ਵੀ ਉਹਦੇ ਵਿੱਚ ਗਿਆ ਸੀ, ਸਾਡੇ ਸੂਬਾ ਜਰਨਲ ਸਕੱਤਰ ਸਰਦਾਰ ਅਮਰਜੀਤ ਸਿੰਘ ਵੀ ਗਏ ਸੀ। ਤੇ ਜੋ ਸਾਡੇ ਨਾਲ ਲਖੀਮਪੁਰ ਤੋਂ ਜਾਂ ਪਲੀਏ ਤੋਂ ਕੇਡਰ ਜੁੜੇ ਹੋਆ 200 ਤੋਂ 250 ਕਿਸਾਨ ਉਸ ਮੰਦਭਾਗੀ ਘਟਨਾ ਦੀ ਜਗ੍ਹਾ ਪਹੁੰਚਿਆ ਸੀ। ਜੋ ਉਸ ਇੱਥੇ ਮੀਟਿੰਗ ਕਰਕੇ ਕਿਸਾਨਾਂ ਨਾਲ ਜੋ ਉਸ ਵੇਲੇ ਮੌਕੇ ਤੇ ਮੀਟਿੰਗ ਹੋਈ, ਪ੍ਰਸ਼ਾਸਨ ਨਾਲ ਹੋਈ, ਜੋ ਪੋਸਟਮਾਸਟਰ ਵੀ ਹੋਇਆ ਉਹ ਵੀ ਸਾਡੀ ਮੌਜੂਦਗੀ ਵਿੱਚ ਹੋਇਆ। ਪੂਰੀ ਰਾਤ ਅਸੀਂ ਉੱਥੇ ਮੋਰਚੇ ਵੱਲੋਂ ਹਾਜ਼ਰੀ ਭਰਦੇ ਰਹੇ ਹਾਂ। ਇਸ ਤਰ੍ਹਾਂ ਦੇ ਇਲਜ਼ਾਮ ਲਾ ਦੇਣੇ ਇਹ ਬੜਾ ਹੀ ਝੂਠਾ ਤੇ ਗੈਰ ਜ਼ਿੰਮੇਵਾਰ ਬਿਆਨ ਵਾ। ਅਸੀਂ ਇਹਦੀ ਸਖਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੈਂ ਨਿਖੇਧੀ ਕਰਦਾ। ਤੁਹਾਡੀਆਂ ਇੰਨੀਆਂ ਵੀਡੀਓ ਆਉਂਦੀਆਂ, ਤੁਹਾਡੀਆਂ ਫੋਟੋਆਂ ਆਉਂਦੀਆਂ, ਫਿਰ ਵੀ ਕਿਹਾ ਜਾਂਦਾ ਕਿ ਨਕਲੀ ਕਿਸਾਨ ਆ ਜਾਂ ਪਾਰਟੀਬਾਜ਼ੀ ਨਾਲ ਜੁੜੇ ਹੋਏ। ਇਹ ਤਾਂ ਹੁਣ ਇਹ ਰਾਜਨੀਤਿਕ ਲੋਕ ਦੱਸ ਸਕਦੇ ਆ ਵੀ ਅਸੀਂ ਨਕਲੀ ਕਿਸਾਨ ਆ। ਸਾਡੇ ਅਸੀਂ ਇਹਨਾਂ ਦੇ ਕਿਹਾਂ ਤੇ ਨਕਲੀ ਕਿਸਾਨ ਨਹੀਂ ਬਣ ਜਾਣਾ। ਮੈਂ 32 ਕਿਸਾਨ ਜਥੇਬੰਦੀਆਂ ਦਾ ਵੀ ਪਾਰਟ ਆ। ਦੁਆਬਾ ਕਿਸਾਨ ਯੂਨੀਅਨ ਪੰਜਾਬ ਜਦੋਂ ਤੋਂ ਹੋਂਦ ਵਿੱਚ ਆਈ ਆ, ਮੋਰਚੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰ ਰਹੀ ਆ। ਦਿਨ ਰਾਤ ਟਰਾਲੀਆਂ ਵੀ ਖੜੀਆਂ, ਸਾਡਾ ਸਾਰਾ ਕੁਝ ਉੱਥੇ ਖੜਾ ਆ। ਲਗਾਤਾਰ ਅਸੀਂ ਸੰਘਰਸ਼ ਲੜ ਰਹੇ ਆ, ਕਦੇ ਦਿੱਲੀ ਜਾ ਰਹੇ, ਕਦੇ ਪੰਜਾਬ ਆ ਰਹੇ ਆ। ਤੇ ਹੁਣ ਵੀ ਮੈਂ 12 ਤਰੀਕ ਨੂੰ ਹੁਣੇ ਮੈਨੂੰ ਮੈਸੇਜ ਆਇਆ 8 ਕਿਸਾਨ ਆਗੂ ਔਰ ਹੋਰ ਸਾਡੇ ਨਾਲ ਕਿਸਾਨ ਵੀਰ ਟ੍ਰੇਨ ਦੇ ਵਿੱਚ ਅਸੀਂ ਭੋਗ ਤੇ ਵੀ ਪਹੁੰਚ ਰਹੇ ਆ। ਅਸੀਂ ਤਾਂ ਇੱਕ ਮੋਰਚਾ ਲੜ ਰਹੇ ਆ। ਬਾਰ-ਬਾਰ ਮੋਦੀ ਸਾਨੂੰ ਕੋਈ ਨਾ ਕੋਈ ਇਸ ਤਰ੍ਹਾਂ ਦਾ ਸਾਡੇ ਮੋਰਚੇ ਨੂੰ ਤਾੜੋ ਪੀੜ ਕਰਨ ਦੀਆਂ ਕੋਸ਼ਿਸ਼ਾਂ ਚੱਲਦੇ ਆ। ਜਿੱਦਾਂ ਜੋਗੀ ਨੇ ਚੱਲੀਆਂ, ਸਾਡੇ ਕਿਸਾਨ ਵੀਰ ਮਾਰ ਦਿੱਤੇ। ਇਹ ਮੈਨੂੰ ਕੋਈ ਦੱਸਣ ਦੀ ਲੋੜ ਨਹੀਂ। ਕਿਸਾਨਾਂ ਨੂੰ ਕਿਸਾਨ ਭਲੀ-ਭਾਂਤੀ ਜਾਣਦੇ ਆ ਵੀ ਕੌਣ ਕਿਸਾਨ ਆ, ਕੌਣ ਰਾਜਨੀਤਿਕ ਵਾ, ਕੌਣ ਇਹਨਾਂ ਦੇ ਜਿਹੜੇ ਪਿੰਡਾਂ ਵਿੱਚ ਹੱਥ ਠੋਕੇ ਬਣੇ ਹੋ। ਇਹ ਦੁਨੀਆ ਸਭ ਸਮਝਦੀ ਹੈ, ਕੋਈ ਮੈਨੂੰ ਦੱਸਣ ਦੀ ਲੋੜ ਨਹੀਂ। ਇੱਕ ਕੋਈ ਗੱਲ ਹੋ ਰਹੀ ਸੀ ਉੱਥੇ ਕਿ ਕਰਜ਼ਾ ਮਾਫੀ ਜਿਹੜੀ ਸਰਕਾਰ ਨੇ ਕੀਤੀ ਉਹ ਪੈਸੇ ਮੋੜੇ ਜਾਣ ਜਾਂ ਮੋਦੀ ਤੋਂ 2-2000 ਰੁਪਇਆ ਲੈਂਦੇ ਆ ਉਹ ਪੈਸੇ ਮੋੜ ਦਿਓ, ਇਦਾਂ ਦੀਆਂ ਗੱਲਾਂ ਹੋ ਰਹੀਆਂ। ਸਭ ਤੋਂ ਮੰਦਭਾਗਾ ਬਿਆਨ ਇਹ ਤੋਂ ਪਰੇ ਹੋਰ ਕੀ ਹੋ ਸਕਦਾ ਕਿ ਸਾਡੇ ਖਾਸ ਕਰਕੇ ਸ਼ਹੀਦ ਭਗਤ ਸਿੰਘ ਨਗਰ ਦਾ ਜੋ ਮੌਜੂਦਾ ਐਮਐਲਏ ਆ, ਉਸਨੇ ਅੱਜ ਇਹ ਕਹਿ ਦੇਣਾ ਵੀ 2000 ਰੁਪਈਆ ਜੋ ਜੋਗੀ ਤੋਂ ਲੈਂਦਾ, ਉਹਨਾਂ ਦੇ ਮੋਦੀ ਤੋਂ ਲੈਂਦਾ, ਜਾਂ ਉਹਨਾਂ ਦੇ ਨਾਲ 1-2 ਜਿਹੜੇ ਹੋਰ ਵੀ ਉਹਨਾਂ ਦੇ ਸਾਥੀ ਖੜੇ ਸੀ ਵੀ ਇਹ ਮੋਦੀ ਤੋਂ ਪੈਸੇ ਲੈਂਦੇ ਆ, ਉਹ ਵਾਪਸ ਕਰਨ। ਮੈਨੂੰ ਲੱਗਦਾ ਵੀ ਕਿਤੇ ਐਮਐਲਏ ਸਾਹਿਬ ਯੂਪੀ ਕਹਿੰਦੇ ਆ ਗਏ ਆ, ਮੈਂ ਤਾਂ ਕੋਈ ਇਨਫੋਰਮੇਸ਼ਨ ਹੈ ਨਹੀਂ ਵੀ ਕਿਤੇ ਮੋਦੀ ਨਾਲ ਜਾਂ ਸ਼ਾਹ ਨਾਲ ਮੀਟਿੰਗ ਤਾਂ ਨਹੀਂ ਕਰਿਆ ਏ, ਜਾਂ ਉਹਨਾਂ ਦੀ ਕਿਤੇ ਜਿਹੜੀ ਬੋਲੀ ਬੋਲਣ ਲੱਗ ਪਏ ਆ ਕਿਸਾਨਾਂ ਦੇ ਵਿਰੁੱਧ, ਜਿਸ ਤਰ੍ਹਾਂ ਖੱਟਰ ਬੋਲਦਾ, ਜੋਗੀ ਬੋਲਦਾ, ਜਾਂ ਹੋਰ ਗਰੇਵਾਲ ਵਰਗੇ ਬੋਲਦੇ ਆ। ਇਹ ਕਹਿੰਦਾ ਕਿਸਾਨ, ਪਹਿਲੀ ਗੱਲ ਤਾਂ ਮੈਂ ਸਪਸ਼ਟ ਕਰ ਦਵਾਂ, ਮੈਂ ਕੋਈ ਵੀ ਕਰਜ਼ਾ ਮਾਫੀ ਨਹੀਂ ਆਪਣੀ। ਔਰ ਕਿ ਇਸ ਐਮਐਲਏ ਨੇ ਅੰਗਦ ਸਿੰਘ ਨੇ ਬਿਆਨ ਦਿੱਤਾ, ਬੜਾ ਹੀ ਮੰਦਭਾਗਾ ਔਰ ਗੈਰ ਜ਼ਿੰਮੇਵਾਰ ਬਿਆਨ ਸੀ। ਸਰ ਜਿਹੜਾ ਗੰਨਾ ਮਿਲ ਦਾ ਜਿਹੜਾ ਇਲੈਕਸ਼ਨ ਜਿਹੜੀ ਤੁਸੀਂ ਹਾਮੀ ਭਰੀ ਆ, ਉਹ ਜੇ ਹਾਮੀ ਭਰੀ ਗਈ ਤਾਂ ਪਹਿਲਾਂ ਵਿਰੋਧ ਕਿਉਂ ਕੀਤਾ ਗਿਆ ਸੀ? ਦੇਖੋ, ਵਿਰੋਧ ਕੁਝ ਕਿਸਾਨਾਂ ਵੱਲੋਂ, ਕੁਝ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਗਿਆ ਸੀ। ਤੁਹਾਡੇ ਵੱਲੋਂ ਨਹੀਂ ਕੀਤਾ? ਨਹੀਂ, ਬਿਲਕੁਲ ਨਹੀਂ। ਦੁਆਬਾ ਕਿਸਾਨ ਯੂਨੀਅਨ ਵੱਲੋਂ ਕੋਈ ਵਿਰੋਧ ਨਹੀਂ ਕੀਤਾ ਗਿਆ ਸੀ। ਕਿਸਾਨਾਂ ਦੀ ਮਿਲ ਆ, ਕਿਸਾਨਾਂ ਦੀ ਇਲੈਕਸ਼ਨ ਆ, ਕਿਸਾਨਾਂ ਨੂੰ ਇਲੈਕਸ਼ਨ ਲੜਨੀ ਚਾਹੀਦੀ ਆ। ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਮੇਰੇ ਹੀ ਨਾਮ ਹੈਂਡਓਵਰ ਕੀਤਾ ਸੀ ਇੱਕ ਮੰਗ ਪੱਤਰ,
ਉਸ ਦਾ 32 ਕਿਸਾਨ ਜਥੇਬੰਦੀਆਂ ਵਿੱਚ ਫੈਸਲਾ ਹੋਇਆ ਜੋ ਆਉਣ ਵਾਲੇ ਦਿਨਾਂ 'ਚ ਇਲੈਕਸ਼ਨ ਹੋਊਗੀ। ਇਹਨਾਂ ਇਲੈਕਸ਼ਨਾਂ ਨਾਲ ਜਾਂ ਮਿਲ ਦੀਆਂ ਇਲੈਕਸ਼ਨਾਂ ਜਾਂ ਰਾਜਨੀਤਿਕ ਇਲੈਕਸ਼ਨਾਂ ਨਾਲ ਸਾਡਾ ਕੋਈ ਸੰਬੰਧ ਨਹੀਂ। ਅਸੀਂ ਕਿਸਾਨ ਜਥੇਬੰਦੀ ਆ, ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਥੱਲੇ ਕਿਸਾਨੀ ਦੀ ਲੜਾਈ ਲੜ ਰਹੇ ਆ, 3 ਖੇਤੀ ਬਿੱਲਾਂ ਦੀ ਲੜਾਈ ਲੜ ਰਹੇ ਆ। ਬੜੀ ਹੀ ਜੱਦੋ-ਜਹਿਦ ਨਾਲ ਅਸੀਂ ਇਹ ਲੜਾਈ ਲੜ ਰਹੇ ਆ ਦਿਨ ਰਾਤ। ਪਰ ਕੁਝ ਹਜੇ ਵੀ ਇਹਨਾਂ ਦੇ ਪਿੰਡਾਂ ਵਿੱਚ ਹੱਥ ਠੋਕੇ ਬਣ ਕੇ ਸਾਡੇ ਕਿਸਾਨੀ ਅੰਦੋਲਨ ਨੂੰ ਢਾਹ ਲਾਉਂਦੇ ਆ। ਇਹਨਾਂ ਦੇ ਰਲ ਕੇ ਜਿਸ ਤਰ੍ਹਾਂ ਦਾ ਅੱਜ ਹੋਇਆ ਤੇ ਜਿਸ ਤਰ੍ਹਾਂ ਦਾ ਬਿਆਨ ਦੇ ਦੇਣਾ ਵੀ 2000 ਮੋਦੀ ਦਾ ਜਿਹੜਾ ਕਰਜ਼ਾ ਆ ਇਹ ਮੋੜਨ ਵਾਪਸ ਕਰਨ, ਇਹ ਮੋਦੀ ਦੀ ਬੋਲੀ ਬੋਲਣ ਲੱਗ ਪਿਆ ਆ, ਮੋਦੀ ਭਗਤ ਬਣ ਗਿਆ ਆ। ਤੇ ਹੋਰ ਵੀ ਇਹਨਾਂ ਦੇ ਸਮੇਂ-ਸਮੇਂ ਤੇ ਜਿਹੜੇ ਇਸ ਤਰ੍ਹਾਂ ਦੇ ਗੈਰ ਸਵਾਲ ਕੀਤਾ ਜਾ ਰਿਹਾ ਕਿ ਜਿਹੜੀ ਪੈਸਿਆਂ ਵਾਲੀ ਜਿਹੜੀ ਗੱਲ ਆ ਉਹ ਤੁਹਾਡੇ ਏਰੀਆ ਦੇ ਬੰਦਿਆਂ ਨੇ ਕੀਤੀ ਹੈ। ਧਰਮਜੀਤ ਸਿੰਘ ਜੀ ਕਹਿ ਰਹੇ ਨੇ ਕਿੱਦਾਂ ਜੀ, ਜਿਹੜੀ ਪੈਸਿਆਂ ਵਾਲੀ ਜਿਹੜੀ ਗੱਲ ਆ ਤੁਹਾਡੇ ਏਰੀਆ ਦੇ ਬੰਦਿਆਂ ਨੇ ਗੱਲ ਕੀਤੀ ਉੱਤੇ। ਨਹੀਂ, ਪੈਸਿਆਂ ਦੀ ਮੇਰੇ ਖਿਆਲ ਹੈ 1-2 ਚੈਨਲਾਂ ਤੇ ਚੱਲੀ ਆ। MLA ਸਾਹਿਬ ਨੇ ਖੁਦ ਕਿਹਾ ਵੀ ਮੋਦੀ ਦੇ ਪੈਸੇ ਮੁੜਨ। ਜੇ ਕਿਸੇ ਕਿਸਾਨ ਵੀਰ ਨੇ ਵੀ ਕੀਤੀ ਆ ਉਹ ਵੀ ਬੜਾ ਮੰਦਭਾਗਾ, ਕਿਉਂਕਿ ਕਰਜ਼ਾ ਮਾਫੀ ਦਾ ਵਾਅਦਾ ਪੰਜਾਬ ਸਰਕਾਰ ਦਾ ਸੀ, ਕਿਸਾਨਾਂ ਦੀ ਮੰਗ ਨਹੀਂ ਸੀ। ਪੰਜਾਬ ਸਰਕਾਰ ਨੇ ਮੈਨੀਫੈਸਟੋ ਦੇ ਵਿੱਚ ਜਿਹੜੀ ਅੱਜ ਇਹ ਗੱਲ ਕਰਦੇ ਆ ਵੀ ਅਸੀਂ ਬੇਜ਼ਮੀਨਿਆਂ ਦਾ ਕਰਜ਼ਾ ਮਾਫ ਕਰ ਦਿੱਤਾ, ਹੋਣਾ ਚਾਹੀਦਾ ਕਰਜ਼ਾ ਮਾਫ, ਕਿਉਂਕਿ ਇਹ ਖੁਦ ਮੰਗ ਮੰਨ ਚੁੱਕੇ ਆ। ਜਿਨ੍ਹਾਂ ਦਾ ਕਰਜ਼ਾ ਮਾਫ ਕਰਨਾ ਆ ਜਾਂ ਵਾਅਦਾ ਹੀ ਨਹੀਂ ਕੀਤੇ ਉਹਦਾ ਵਾਅਦੇ ਤਾਂ ਬਹੁਤ ਕੀਤੇ ਸੀ, ਕਰਜ਼ਾ ਮਾਫੀ ਕੁਛ ਕਰੋੜ ਕਰ ਦੇਣਾ। ਔਰ ਇਹਨਾਂ ਨੇ ਤਾਂ ਇੱਥੋਂ ਤੱਕ ਕੈਪਟਨ ਸਰਕਾਰ ਨੇ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਸੀ ਉਸ ਵੇਲੇ 17 ਦੇ ਵਿੱਚ ਵੀ ਅਸੀਂ ਆੜ੍ਹਤੀਆਂ ਦਾ ਵੀ, ਮਜ਼ਦੂਰਾਂ ਦਾ ਵੀ, ਸੁਸਾਇਟੀਆਂ ਦਾ ਵੀ ਸਾਰਾ ਕਰਜ਼ਾ ਮਾਫ ਕਰਾਂਗੇ। ਪਰ ਅੱਜ ਕਿੱਥੇ ਹੋਇਆ? ਅਸੀਂ ਨਾ ਕੋਈ ਕਰਜ਼ਾ ਮਾਫੀ ਦੇ ਵਿਰੋਧੀ ਆ, ਨਾ ਅਸੀਂ ਕੋਈ ਇਹਨਾਂ ਦੇ ਪ੍ਰੋਗਰਾਮਾਂ ਦੇ ਵਿਰੋਧੀ ਆ। ਕੇਵਲ ਤੇ ਕੇਵਲ ਜਦੋਂ ਖੁਦ ਜਥੇਬੰਦੀ ਨੂੰ ਟਾਰਗੇਟ ਬਣਾਉਣਾ ਬਾਰ-ਬਾਰ, ਔਰ ਖਾਸ ਕਰਕੇ ਮੇਰੇ ਨਗਰ ਨੂੰ ਟਾਰਗੇਟ ਬਣਾਉਣਾ। ਮੈਂ ਇੱਥੇ ਤੱਕ ਵੀ ਅੱਜ ਗੱਲ ਸਮਝਦਾ ਵੀ ਜੋ MP ਮਨੀਸ਼ ਤਿਵਾੜੀ ਨੇ ਉੱਥੇ ਆਣਾ ਸੀਗਾ ਉਹ ਨਹੀਂ ਆਏ। ਇਸ ਦਾ ਵੀ ਇੱਕ ਮੈਂ ਸਮਝ ਸਕਦਾ ਵੀ ਉਹਨਾਂ ਨੇ ਆਪਣੀ ਸਿਆਣਪ ਵਰਤੀ ਆ। ਖੈਰ ਉਹਨਾਂ ਨੂੰ ਪਤਾ ਲੱਗ ਗਿਆ ਵੀ MLA ਸਾਹਿਬਾਨ ਬਾਰ-ਬਾਰ ਮੈਨੂੰ ਵਜੀਦ ਲਿਜਾ ਕੇ ਲੋਕਾਂ ਦੇ ਵਿਰੋਧ ਵਿੱਚ ਅੱਗੇ ਖੜਾ ਕਰਕੇ ਮੇਰਾ ਉਹਦੇ ਵਿੱਚ ਮਤਲਬ ਮੇਰੀ ਬਦਨਾਮੀ ਕਰਾ ਰਹੇ ਆ। ਮੈਨੂੰ ਲੱਗਦਾ ਉਹ ਵੀ ਸਮਝ ਚੁੱਕੇ ਆ, ਇਸੇ ਕਰਕੇ ਉਹ ਵਜੀਦ ਨਹੀਂ ਆਏ। ਸਰ ਇੱਕ ਪੁੱਛਿਆ ਜਾ ਰਿਹਾ ਕਿ ਤੁਹਾਨੂੰ ਜਿਹੜੇ ਫੰਡ ਆਏ ਨੇ ਉਹਨਾਂ ਦਾ ਹਿਸਾਬ ਕਿਤਾਬ ਹੈਗਾ ਜੀ? ਕਿਹੜੇ? ਜਿਹੜੇ ਕਹਿੰਦੇ ਹਨ ਕਿ ਜਿਹਦੇ ਰਾਹੀਂ ਤੁਹਾਡਾ ਮੋਰਚਾ ਚੱਲ ਰਿਹਾ ਹੈ। ਦੇਖੋ, ਜੋ ਸੰਯੁਕਤ ਕਿਸਾਨ ਮੋਰਚੇ ਨੂੰ ਫੰਡ ਆਏ ਆ, ਸਟੇਜ ਤੇ ਦਿੱਤੇ ਆ ਲੋਕਾਂ ਨੇ, ਉਹ ਸੰਯੁਕਤ ਕਿਸਾਨ ਮੋਰਚਾ ਉਹਨਾਂ ਨੂੰ ਰਸੀਦ ਦਿੰਦਾ। ਉਸੇ ਹੀ ਮੋਰਚੇ ਦੇ ਨਾਲ ਅੱਜ ਤੱਕ ਮੋਰਚਾ ਚੱਲ ਰਿਹਾ। ਉਸ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੇ ਜੋ ਫੰਡ ਆਂਦਾ ਉਸ ਦਾ ਦੁਆਬਾ ਕਿਸਾਨ ਯੂਨੀਅਨ ਪੰਜਾਬ ਦਾ ਜਾਂ ਮੇਰਾ ਕੋਈ ਲੈਣਾ ਦੇਣਾ ਨਹੀਂ। ਉਹਨਾਂ ਦੀ ਕਮੇਟੀ ਲੱਗ ਬਣੀ, ਉਹਦੇ ਵਿੱਚ ਸਾਡੇ ਹੋਰ ਸਤਿਕਾਰਯੋਗ 3 ਕਮੇਟੀਆਂ ਦੇ ਵਿੱਚ ਆਗੂ ਸਹਿਬਾਨ ਆ, ਉਹਦੇ ਵਿੱਚ ਦੁਆਬਾ ਕਿਸਾਨ ਯੂਨੀਅਨ ਦਾ ਕੋਈ ਵੀ ਭਾਗ ਨਹੀਂ ਹੈਗਾ। ਹਾਂਜੀ ਸਰ ਇੱਕ ਪੁੱਛਿਆ ਜਾ ਰਿਹਾ ਕਿ ਤੁਹਾਡੇ ਵੱਲੋਂ ਵਿਕਾਸ ਕੰਮਾਂ ਨੂੰ ਕਿਉਂ ਰੋਕਿਆ ਜਾ ਰਿਹਾ ਜੀ? ਅਸੀਂ ਜਿਹੜਾ ਉੱਤੇ ਸੜਕ ਬਣ ਰਹੀ ਸੀ ਉਹ ਯਾਨੀ ਕਿ ਇੱਕ ਤਰ੍ਹਾਂ ਦਾ ਵਿਕਾਸ ਦਾ ਕੰਮ ਆ, ਉਹਨੂੰ ਕਿਉਂ ਰੋਕਿਆ ਜਾ ਰਿਹਾ? ਦੇਖੋ, ਮੈਂ ਇਹ ਬੇਨਤੀ ਕਰਦਾ, ਮੈਂ ਵਿਕਾਸ ਦੇ ਕੰਮ ਨੂੰ ਨਹੀਂ ਰੋਕਿਆ, ਨਾ ਸਾਡੇ ਕਿਸਾਨ ਆਗੂਆਂ ਨੇ ਰੋਕਿਆ। ਜੇ ਵਿਕਾਸ ਦੇ ਕੰਮ ਨੂੰ ਰੋਕਣਾ ਤਾਂ ਵਿਕਾਸ ਬਹੁਤ ਜਗ੍ਹਾ ਚੱਲ ਰਹੇ ਆ, ਜੋ ਨੈਤਿਕ ਜ਼ਿੰਮੇਵਾਰੀ ਬਣਦੀ ਪੰਜਾਬ ਸਰਕਾਰ ਦੀ। ਪਰ ਜੇ ਸੰਯੁਕਤ ਕਿਸਾਨ ਮੋਰਚੇ ਨਾਲ ਪੰਜਾਬ ਸਰਕਾਰ ਦਾ ਔਰ ਕਾਂਗਰਸ ਪਾਰਟੀ ਦਾ ਵਾਅਦਾ ਆ ਵੀ ਅਸੀਂ ਸਿਰਫ 5 ਤੋਂ 10 ਬੰਦੇ ਲਿਜਾ ਕੇ ਉੱਥੇ ਉਦਘਾਟਨ ਕਰਨੇ ਆ, ਦੂਏ ਕਰਨੇ ਆ। ਜਿਹੜਾ ਪਿੰਡਾਂ ਦੇ ਵਿੱਚ ਵਿਰੋਧ ਹੋ ਰਿਹਾ, ਚਾਹੇ ਉਹ ਧਰਮਕੋਟਾ ਹੋਵੇ, ਚਾਹੇ ਹੰਸਰੋਂ ਹੋਵੇ, ਜਾਂ ਅੱਜ ਸੁਖਬੀਰ ਬਾਦਲ ਨੂੰ ਘੇਰਿਆ, ਉਹ ਕਿਤੇ ਦੁਆਬਾ ਕਿਸਾਨ ਯੂਨੀਅਨ ਨੇ ਨਹੀਂ ਘੇਰਿਆ। ਕੇਵਲ ਤੇ ਕੇਵਲ ਜੋ ਅੱਜ ਵਜੀਦਪੁਰ ਵਿੱਚ ਵਿਰੋਧ ਹੋਇਆ ਉਹ ਵਜੀਦਪੁਰ ਦੇ ਕਿਸਾਨਾਂ ਪ੍ਰਤੀ, ਇਲਾਕੇ ਦੇ ਕਿਸਾਨਾਂ ਪ੍ਰਤੀ, ਇਸ ਕਰਕੇ ਇਹਨਾਂ ਦੇ ਖਿਲਾਫ ਰੋਹ ਪੈਦਾ ਹੋਇਆ, ਕਿਉਂਕਿ ਇਹਨਾਂ ਨੇ ਪੱਥਰ ਦੀ ਜੋ ਚੋਣ ਕੀਤੀ ਉਹ ਸਹੀ ਨਹੀਂ ਕੀਤੀ ਗਈ। ਇਸੇ ਕਰਕੇ ਮੈਂ ਤਾਂ ਸਮਝਦਾ ਵੀ ਇਸ ਕਰਕੇ ਵਿਰੋਧ ਕੀਤਾ ਗਿਆ। ਸੋ ਸਾਰੇ ਹੀ ਪੱਤਰਕਾਰ ਵੀਰਾਂ ਦਾ, ਸਾਰਿਆਂ ਦਾ ਇੱਥੇ ਬਹੁਤ ਬਹੁਤ ਧੰਨਵਾਦ। ਤੇ ਮੈਂ ਇੱਕ ਵਾਰੀ ਆਖਰੀ ਗੱਲ ਜ਼ਰੂਰ ਕਰਦੇ ਹਾਂ, ਦੁਆਬਾ ਕਿਸਾਨ ਯੂਨੀਅਨ ਪੰਜਾਬ ਇੱਕ ਕਿਸਾਨੀ ਮਜ਼ਦੂਰੀ ਔਰ ਕਿਸਾਨ ਮਜ਼ਦੂਰ ਏਕਤਾ ਦੀ ਜਥੇਬੰਦੀ ਆ। ਲੋਕਾਂ ਦੀ ਲੜਾਈ ਵਾਸਤੇ, ਹੱਕਾਂ ਵਾਸਤੇ ਹਰ ਵੇਲੇ ਲੜਦੇ ਰਹਾਂਗੇ। ਜਿੱਥੇ ਜਿੱਥੇ ਜਾਣਾ ਪਿਆ ਸੰਯੁਕਤ ਕਿਸਾਨ ਮੋਰਚੇ ਦੇ ਸਮੇਂ ਮੁਤਾਬਕ ਅਸੀਂ ਜਾਂਦੇ ਰਹਾਂਗੇ। ਜੋ ਪਿਛਲੇ ਦਿਨੀ ਲਖੀਮਪੁਰ ਵੀ ਘਟਨਾ ਵਾਪਰੀ, ਅਸੀਂ ਖੁਦ ਸੰਯੁਕਤ ਕਿਸਾਨ ਮੋਰਚੇ ਵੱਲੋਂ, ਜੋ ਇਹਨਾਂ ਨੇ ਅੱਜ ਅੰਗਦ ਸਿੰਘ ਨੇ ਵੀ ਇਲਜ਼ਾਮ ਲਾਤਾ ਵੀ ਇਹ ਗਏ ਹੀ ਨਹੀਂ, ਮੈਨੂੰ ਲੱਗਦਾ ਵੀ ਉਹਨਾਂ ਨੂੰ ਆਪਣੀ ਐਨਕ ਦਾ ਸ਼ੀਸ਼ਾ ਬਦਲਾ ਲੈਣਾ ਚਾਹੀਦਾ, ਵੀ ਉਹਨੂੰ ਚੰਗੀ ਤਰ੍ਹਾਂ ਦੇਖ ਲੈਣ, ਪਹਿਲਾਂ ਸਮਝ ਲਿਆ ਕਰਨ, ਪੜ੍ਹ ਲਿਆ ਕਰਨ।
ਤੇ ਉਹ ਅਸੀਂ ਲਗਾਤਾਰ 3 ਦਿਨ ਉੱਥੇ ਵੀ ਜ਼ਿੰਮੇਵਾਰੀ ਨਿਭਾ ਕੇ ਆਏ ਆ। ਸਾਨੂੰ ਇਹਨਾਂ ਦਾ ਰਾਜਨੀਤਿਕ ਲੋਕਾਂ ਦਾ ਵਿਰੋਧ ਕਰਨ ਦੀ ਲੋੜ ਨਹੀਂ, ਪਰ ਇਹਨਾਂ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਆ ਵੀ ਕਿਸਾਨ ਸਾਡੇ ਫਿਰ ਇਹ ਗੱਲ ਸਭ ਤੋਂ ਮੰਦਭਾਗੀ ਜਿਹੜੀ ਅੱਜ ਕਹੀ ਗਈ ਆ ਵੀ ਇਹ ਕਿਸਾਨ ਹੀ ਨਹੀਂ, ਇਹ ਮੋਦੀ ਦੇ ਪੈਸੇ ਮੋੜ ਦੇਣ। ਸਭ ਤੋਂ ਨਿੰਦਣਯੋਗ ਬਿਆਨ ਸਾਡੇ ਨਗਰ ਵਿੱਚ ਜਾ ਕੇ, ਵਜੀਦਪੁਰ ਵਿੱਚ ਜਾ ਕੇ, ਜੋ ਮੇਰਾ ਖੁਦ ਦਾ ਨਗਰ ਵਾ, ਇਹ ਗੱਲ ਆਪਾਂ ਸਮਝ ਲਈਏ ਵੀ ਮੈਂ ਬੇਸ਼ੱਕ ਹੋਵਾਂ ਜਾਂ ਨਾ ਹੋਵਾਂ, ਸਾਡੇ ਕਿਸਾਨ ਵੀਰ ਕਦੇ ਵੀ ਇਹ ਬਰਦਾਸ਼ਤ ਨਹੀਂ ਕਰਨਗੇ ਵੀ ਜਥੇਬੰਦੀ ਦੀ ਕੋਈ ਖਿਲਾਫਤ ਕਰੇ ਜਾਂ ਕੋਈ ਮੋਰਚੇ ਨੂੰ ਢਾਹ ਲਾ ਸਕੇ। ਸਖਤ ਚੇਤਾਵਨੀ ਦਿੰਦੇ ਆ ਇਹਨਾਂ ਰਾਜਨੀਤਿਕ ਲੋਕਾਂ ਨੂੰ, ਆਪਣੀਆਂ ਹਰਕਤਾਂ ਤੋਂ ਬਾਜ਼ ਆਣ, ਨਹੀਂ ਤਾਂ ਇਸੇ ਤਰ੍ਹਾਂ ਵਿਰੋਧ ਹੁੰਦਾ ਰਹੂਗਾ, ਕਦੇ ਵੀ ਪਿੱਛੇ ਮੁੜਨੇ ਵਾਲੇ ਨਹੀਂ। ਮੈਂ ਇੰਨਾ ਕਰਕੇ ਸਾਰੇ ਪੱਤਰਕਾਰ ਵੀਰਾਂ ਨੂੰ ਦੱਸਿਓ ਕਿ ਜਿਹੜਾ ਗੰਨਾ ਮਿਲ ਦਾ ਜਿਹੜੀ ਇਲੈਕਸ਼ਨ ਜਿਹੜੀ ਸੀਗੀ ਉਹ ਸੰਯੁਕਤ ਮੋਰਚੇ ਦੀ ਕਾਲ ਸੀ, ਉਹਦਾ ਵਿਰੋਧ ਕਰਨਾ? ਨਹੀਂ ਜੀ, ਉਹ ਇੱਕ ਆਪਣੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਤੇ ਹੋਰ 1-2 ਜਥੇਬੰਦੀਆਂ ਨੇ ਉਹਨਾਂ ਨੇ ਰੋਕਿਆ ਸੀ। ਉਹਨਾਂ ਨੇ ਇਸ ਕਰਕੇ ਰੋਕਿਆ ਸੀ, ਉਹਨਾਂ ਨੇ ਵੀ ਬਾਅਦ 'ਚ ਸਹਿਮਤੀ ਪ੍ਰਗਟਾਈ ਆ, ਉਹਨਾਂ ਨੇ ਇਸ ਕਰਕੇ ਰੋਕਿਆ ਸੀ ਵੀ ਪਿੰਡਾਂ ਵਿੱਚ ਧੜੇਬੰਦੀਆਂ ਪੈਦਾ ਹੁੰਦੀਆਂ। ਫਿਰ ਪੂਰੇ ਮੋਰਚੇ ਵਿੱਚ ਜੋ ਇਲਾਕੇ ਦੇ ਕਿਸਾਨਾਂ ਦਾ ਜਾਂ ਗੰਨਾ ਕਾਸ਼ਤਕਾਰਾਂ ਦਾ ਮੰਗ ਪੱਤਰ ਸੀ, ਉਸ ਨੂੰ ਮੋਰਚੇ ਵਿੱਚ ਲਿਜਾ ਕੇ ਉੱਥੇ ਕਿਰਤੀ ਕਿਸਾਨ ਯੂਨੀਅਨ ਨੇ ਵੀ ਸਹਿਮਤੀ ਪ੍ਰਗਟਾਈ ਆ ਵੀ ਇਹ ਕਿਸਾਨਾਂ ਦੀ ਇਲੈਕਸ਼ਨ ਆ ਔਰ ਕਿਸਾਨਾਂ ਦੀ ਇਲੈਕਸ਼ਨ ਹੋਣੀ ਚਾਹੀਦੀ ਆ, ਔਰ ਗੰਨੇ ਦਾ ਜੋ ਮਿਲ ਚੱਲਣੀ ਆਉਣ ਵਾਲੇ ਸਮੇਂ 'ਚ ਬੋਰਡ ਆਫ ਡਾਇਰੈਕਟਰ ਦੇ ਜੋ ਅਧਿਕਾਰ ਖੇਤਰ 'ਚ ਕੰਮ ਆਉਂਦੇ ਆ, ਉਹ ਮਿਲ ਨੂੰ ਵੱਡੇ ਪੱਧਰ ਤੇ ਲਿਜਾਇਆ ਜਾ ਸਕੇ। ਇਸ ਕਰਕੇ ਉਹ ਚੋਣ ਹੋਣ ਜਾ ਰਹੀ ਆ ਮੇਰੇ ਖਿਆਲ ਕੁਛ ਹੀ ਦਿਨਾਂ 'ਚ। ਪਰ ਸਾਡਾ ਉਹਨਾਂ ਇਲੈਕਸ਼ਨਾਂ ਨਾਲ ਜਾਂ ਇਹਨਾਂ ਰਾਜਨੀਤਿਕ ਇਲੈਕਸ਼ਨਾਂ ਨਾਲ ਕੋਈ ਨਹੀਂ, ਅਸੀਂ ਕੇਵਲ ਤੇ ਕੇਵਲ ਕਿਸਾਨੀ ਲੜਾਈ ਲੜ ਰਹੇ ਹਾਂ। ਇੱਕ ਸਵਾਲ ਬਾਰ-ਬਾਰ ਆਪਣੇ ਨਗਰ ਦੇ ਜੋ ਐਮਐਲਏ ਸਾਹਿਬਾਨ ਆ ਤੇ ਕੁਝ ਹੋਰ ਸਿਆਸੀ ਲੋਕ ਆ, ਬਾਰ-ਬਾਰ ਸਵਾਲ ਇਹ ਕਰ ਰਿਹਾ ਕਿ ਕਿਸਾਨ ਜਥੇਬੰਦੀਆਂ ਵਿਕਾਸ ਕਾਰਜ ਰੋਕ ਰਹੀਆਂ। ਕਿਸਾਨ ਜਥੇਬੰਦੀਆਂ ਵਿਕਾਸ ਕਾਰਜ ਨਹੀਂ ਰੋਕ ਰਹੀਆਂ। ਇੱਕ ਗੱਲ ਕਿਸਾਨਾਂ ਨੂੰ ਵੀ ਸਮਝਣੀ ਪਊਗੀ, ਆਮ ਲੋਕਾਂ ਨੂੰ ਵੀ ਸਮਝਣੀ ਪਊਗੀ ਕਿ ਜਿਹੜੇ ਵਿਕਾਸ ਕਾਰਜ ਆ, ਜਦੋਂ ਇਲੈਕਸ਼ਨਾਂ ਹੋਣੀਆਂ ਹੁੰਦੀਆਂ ਉਦੋਂ ਕੱਲ੍ਹ ਹੀ ਸਰਕਾਰਾਂ ਨੂੰ ਚੇਤੇ ਆਉਂਦੇ ਆ। ਸਭ ਤੋਂ ਵੱਡਾ ਸਵਾਲ ਇਹ ਆ, ਵਿਕਾਸ ਕਾਰਜ ਕਰਨੇ ਆ, ਮੇਰੇ ਹਿਸਾਬ ਨਾਲ ਜੋ ਸਮੇਂ ਦੀ ਮੰਗ ਆ, ਜੋ ਸਾਡੇ ਪੰਜਾਬ 'ਚ ਚੱਲ ਰਿਹਾ ਜਾਂ ਪੂਰੇ ਭਾਰਤ 'ਚ ਚੱਲ ਰਿਹਾ, ਕਿਸਾਨ ਰੋਡਾਂ ਤੇ ਬੈਠਾ, ਵਿਕਾਸ ਕਾਰਜ ਕਰੋ। ਇੱਕ ਨੀਂਹ ਪੱਥਰ ਰੱਖ ਕੇ ਵਿਕਾਸ ਕਾਰਜ ਕਰਨਾ ਕੋਈ ਵੱਡੀ ਸਮਝਦਾਰੀ ਨਹੀਂ। ਵਿਦਆਊਟ ਨੀਂਹ ਪੱਥਰ ਵੀ ਵਿਕਾਸ ਕਾਰਜ ਕੀਤਾ ਜਾ ਸਕਦਾ। ਤੇ ਚੈੱਕਾਂ ਦੀ ਗੱਲ ਬਹੁਤ ਆ ਰਹੀ ਆ ਕਿ 22,000 9,000 ਜਿਹੜੇ ਛੋਟੇ ਕਿਸਾਨਾਂ ਦਾ ਕਰਜ਼ਾ ਮਾਫ ਹੋਇਆ। ਜਿਹੜਾ ਕਰਜ਼ਾ ਮਾਫੀ 'ਚ ਸਰਕਾਰ ਨੇ ਨਾਮ ਇੱਕ ਲਿਸਟ 'ਚ ਅਨਾਉਂਸ ਕਰਤਾ, ਉਹਨਾਂ ਦਾ ਕਰਜ਼ਾ ਆਲਰੇਡੀ ਮਾਫ ਹੋਊਗਾ। ਇਹ ਗੱਲ ਕਿਸਾਨਾਂ ਨੂੰ ਵੀ ਮਜ਼ਦੂਰਾਂ ਨੂੰ ਵੀ ਸਮਝਣੀ ਪੈਣੀ ਆ। ਤੁਸੀਂ ਇਹਨਾਂ ਸਿਆਸੀ ਲੀਡਰਾਂ ਦੇ ਜੋ ਤੁਹਾਨੂੰ ਆਪਣੇ ਝਾਂਸੇ 'ਚ ਲੈ ਕੇ ਤੁਹਾਡੇ ਪਿੰਡਾਂ 'ਚ ਵੜਨਾ ਚਾਹੁੰਦੇ ਆ, ਇਹਨਾਂ 'ਚੋਂ ਬਚੋ। ਇੱਕ ਕਰਜ਼ਾ ਮਾਫ ਘਰ 'ਚ ਬਹਿ ਕੇ ਡੀਸੀ ਸਾਹਿਬਾਨ ਦੇ ਹੱਥ ਉਹ ਚੈੱਕ ਦੇ ਕੇ ਡੀਸੀ ਸਾਹਿਬਾਨ ਆਪ ਜਾ ਕੇ ਉਹਨਾਂ ਪਿੰਡਾਂ 'ਚ ਚੈੱਕ ਵੀ ਦੇ ਸਕਦੇ ਆ। ਇੱਦਾਂ ਵੀ ਕਰਜ਼ਾ ਮਾਫ ਕੀਤਾ ਜਾ ਸਕਦਾ। ਇਹ ਨਹੀਂ ਕਿ ਇਲਾਕੇ ਦਾ ਐਮਐਲਏ ਲੋਕਾਂ ਦੇ ਵਿੱਚ ਰੋਹ ਬਹੁਤ ਆ ਕਿ ਸਾਡੇ ਪਿੰਡਾਂ 'ਚ ਨਾ ਵੜੋ। ਲੋਕਾਂ ਨੇ ਬੋਰਡ ਵੀ ਬਹੁਤ ਲਾਇਓ ਆ, ਸਾਡੀ ਜਥੇਬੰਦੀਆਂ ਨੇ ਨਹੀਂ, ਆਮ ਲੋਕਾਂ ਨੇ ਲੋਕ ਬਹੁਤ ਬੋਰਡ ਲਾਇਓ ਆ ਕਿ ਸਾਡੇ ਪਿੰਡਾਂ 'ਚ ਨਾ ਆਓ। ਪਰ ਉਹ ਚੈੱਕਾਂ ਦਾ ਬਹਾਨਾ ਲਾ ਕੇ ਪਿੰਡਾਂ 'ਚ ਜਾ ਰਹੇ ਆ, ਆਪਣੇ ਆਉਣ ਦੇ ਰਾਸਤੇ ਖੋਲ ਰਹੇ ਆ। ਉਹਨਾਂ ਨੂੰ ਕਿਸੇ ਨਾਲ ਹਮਦਰਦੀ ਨਹੀਂ। ਕਰਜ਼ੇ ਸਾਡੇ ਮਾਫ ਹੁੰਦੇ ਆ, ਸਾਡੇ ਹੱਕ ਵਾ ਉਹ ਕਰਜ਼ੇ ਮਾਫ ਕਰਾਣੇ। ਅਸੀਂ ਟੈਕਸ ਦਿੰਨੇ ਆ, ਸਾਡੇ ਟੈਕਸਾਂ ਕਰਕੇ ਉਹਨਾਂ ਦੇ ਜਿਹੜੇ ਫੰਡ ਆ, ਫਾਈਨੈਂਸ਼ੀਅਲ ਫੰਡ ਆ ਸਰਕਾਰ ਦੇ, ਉਹ ਭਰਦੇ ਆ, ਉਹਨਾਂ ਫੰਡਾਂ 'ਚੋਂ ਕਰਜ਼ੇ ਮਾਫ ਹੁੰਦੇ ਆ। ਇਹ ਗੱਲ ਸਮਝਣੀ ਚਾਹੀਦੀ ਆ। ਇੱਕ ਮੈਂ ਹੋਰ ਗੱਲ ਸਪਸ਼ਟ ਕਰਦਾ, ਮੈਨੂੰ ਲੱਗਦਾ ਵੀ ਮੇਰੇ ਕੋਲ ਜੋ ਧਰਮਕੋਟਾ ਔਰ ਹਾਂਸਰੋਂ ਦੇ ਵਿੱਚ ਵਿਰੋਧ ਹੋਇਆ, ਉਹਦੇ 'ਚ ਮੇਰੇ ਕੋਲ ਇਹ ਮਿਸਟੇਕ ਹੋ ਗਈ ਆ ਵੀ ਇਹ ਕਹਿ ਹੋ ਗਿਆ ਵੀ ਦੁਆਬਾ ਕਿਸਾਨ ਯੂਨੀਅਨ ਦਾ ਉਹਨਾਂ ਨਾਲ ਕੋਈ ਸਬੰਧ ਨਹੀਂ ਸੀ। ਉੱਥੇ ਦੁਆਬਾ ਕਿਸਾਨ ਯੂਨੀਅਨ ਔਰ ਸੰਯੁਕਤ ਮੋਰਚੇ ਤੇ ਹੋਰ ਭਰਾਤਰੀ ਜਥੇਬੰਦੀਆਂ ਤੇ ਪਿੰਡ ਦੇ ਕਿਸਾਨਾਂ ਨੇ ਹੀ ਵਿਰੋਧ ਕੀਤਾ। ਮੈਂ ਉਸ ਗੱਲ ਦੀ, ਉਸ ਬਿਆਨ ਦੀ ਮਾਫੀ ਵੀ ਚਾਹੁੰਦਾ। ਤੇ ਜੋ ਇਹ ਉਸ ਦਿਨ ਮੈਂ ਇੱਕ ਗੱਲ ਹੋਰ ਸਪਸ਼ਟ ਕਰਦੇ ਹਾਂ, ਜਿਸ ਦਿਨ ਡੀਸੀ ਸਾਹਿਬ ਦੇ ਇੱਥੇ ਧਰਨਾ ਲੱਗਿਆ ਸੀ, ਪਿੰਡਾਂ ਦੇ ਬਹੁਤ ਲੋਕ ਇਕੱਠੇ ਹੋ ਕੇ ਆਏ ਸੀ ਵੀ ਸਾਨੂੰ ਦੱਸਿਆ ਜਾਵੇ ਵੀ ਵਿਰੋਧ ਕਰਨਾ ਕਿ ਨਹੀਂ ਕਰਨਾ। ਅਸੀਂ 5 ਮੈਂਬਰੀ ਟੀਮ ਇੱਕ ਕਿਸਾਨਾਂ ਦੀ ਚੁਣੀ ਸੀ, ਵੱਖ-ਵੱਖ ਪਿੰਡਾਂ ਦੀ, ਜਿਹਦੇ ਵਿੱਚ ਬੰਗਿਆਂ ਏਰੀਏ ਦੇ ਵੀ ਕਿਸਾਨ ਸੀ, ਹੁਸ਼ਿਆਰਪੁਰ ਏਰੀਏ ਦੇ ਵੀ ਕਿਸਾਨ ਸੀ। ਉਹਨਾਂ 5 ਮੈਂਬਰੀ ਟੀਮ ਨੇ ਇਹ ਫੈਸਲਾ ਕੀਤਾ ਸੀ ਭਈ ਅਸੀਂ ਇਹਨਾਂ ਲੋਕਾਂ ਨੂੰ ਪਿੰਡਾਂ ਵਿੱਚ ਨਹੀਂ ਆਉਣ ਦੇਵਾਂਗੇ। ਸੋ ਅਸੀਂ ਦੁਆਬਾ ਕਿਸਾਨ ਯੂਨੀਅਨ ਪੰਜਾਬ ਵੱਲੋਂ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਸ ਫੈਸਲੇ ਦਾ ਸਵਾਗਤ ਕੀਤਾ ਸੀ। ਸੋ ਇੰਨੀਆਂ ਬੇਨਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।